सत श्री अकाल, स्वागत है तुहाडा सारिਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। मैं हाँ रुपिंदर कौर। ਕੈਨੇਡਾ ਵਿੱਚ ਕੋਵਿਡ-19 ਦੀ ਤੀਜੀ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਲਗਾਤਾਰ ਕੋਵਿਡ-19 ਤੇ ਵੇਰੀਐਂਟ ਦੇ ਕੇਸਿਸ ਰਿਪੋਰਟ ਕੀਤੇ ਜਾ ਰਹੇ ਨੇ, ਪਰ ਇਸ ਦੇ ਨਾਲ ਹੀ ਵੈਕਸੀਨੇਸ਼ਨ ਰੋਲ ਆਊਟ ਪਲਾਨ ਵਿੱਚ ਤੇਜ਼ੀ ਲਿਆਂਦੀ ਗਈ ਹੈ। ਵੱਖ-ਵੱਖ ਸੂਬਿਆਂ ਵੱਲੋਂ ਸੀਨੀਅਰਸ ਤੇ ਐਸੈਂਸ਼ੀਅਲ ਵਰਕਰਸ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਹੈ, ਪਰ ਐਸੈਂਸ਼ੀਅਲ ਵਰਕਰਸ ਦੀ ਲਿਸਟ ਵਿੱਚ ਟਰੱਕ ਡਰਾਈਵਰਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕੀ ਹੈ ਪੂਰਾ ਮਾਮਲਾ, ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਖਾਸ ਪੇਸ਼ਕਸ਼। करीब एक साल पहला जो पैंडेमिक की शुरुआत हुई तो हर किसी ने एसेंशियल वर्कर्स का धन्यवाद किया, खास तौर पर ट्रक ड्राइवर्स का, क्योंकि जदों लोग वर्क फ्रॉम होम कर रहे सन तो ट्रक ड्राइवर ही सन जिन्होंने एसेंशियल सप्लाईज नूं जारी रखते हुए काम किया। लगातार कैनेडा US बॉर्डर क्रॉस भी करते रहे, पर जदों वैक्सीनेशन की शुरुआत हुई तो शायद इस लिस्ट विच इन्हां नूं शामिल करना सरकार भुल गई। ਹੁਣ ਜਦੋਂ ਗੱਲ ਕੀਤੀ ਜਾ ਰਹੀ ਹੈ ਕਿ ਟਰੱਕ ਡਰਾਈਵਰਸ ਨੂੰ ਪ੍ਰਾਇਓਰਟਾਈਜ਼ ਨਹੀਂ ਕੀਤਾ ਗਿਆ ਹੈ ਤਾਂ ਓਨਟਾਰੀਓ ਸਰਕਾਰ ਵੱਲੋਂ ਬੇਸ਼ੱਕ ਫੇਜ਼ 2 ਵਿੱਚ ਟਰੱਕ ਡਰਾਈਵਰਸ ਨੂੰ ਸ਼ਾਮਲ ਕਰ ਲਿਆ ਗਿਆ ਹੈ, ਪਰ ਵੱਖ-ਵੱਖ ਸੂਬਿਆਂ ਵਿੱਚ ਹਜੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਦੋਂ ਟਰੱਕ ਡਰਾਈਵਰਸ ਨੂੰ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾਏਗੀ। ਵੈਕਸੀਨੇਸ਼ਨ ਦੀ ਸ਼ੁਰੂਆਤ ਬੇਸ਼ੱਕ ਸੀਨੀਅਰ ਹੋਮਸ ਤੋਂ ਹੋਈ, ਉਹ ਜ਼ਰੂਰੀ ਵੀ ਸੀ ਕਿਉਂਕਿ ਜਿਸ ਤਰ੍ਹਾਂ ਲੌਂਗ ਟਰਮ ਕੇਅਰ ਹੋਮਸ ਵਿੱਚ ਆਊਟਬ੍ਰੇਕ ਹੋਏ ਉਹ ਸਭ ਨੇ ਦੇਖੇ। ਉਸ ਤੋਂ ਬਾਅਦ ਐਸੈਂਸ਼ੀਅਲ ਵਰਕਰਸ ਦੀ ਸ਼ੁਰੂਆਤ ਹੋਈ ਤੇ ਹੁਣ ਓਨਟਾਰੀਓ ਦੀ ਜੇ ਗੱਲ ਕਰੀਏ ਤਾਂ ਟੀਚਰਸ ਨੂੰ ਵੈਕਸੀਨੇਟ ਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਪਰ ਕਦੋਂ ਵਾਰੀ ਆਏਗੀ ਟਰੱਕ ਡਰਾਈਵਰਸ ਦੀ? ਇਸੇ ਸੰਬੰਧੀ ਅਸੀਂ ਜਾਣਨਾ ਚਾਹਿਆ ਕਿ ਕੀ ਕਹਿਣਾ ਹੈ ਵੱਖ-ਵੱਖ ਟਰੱਕ ਡਰਾਈਵਰਸ ਦਾ। ਕਰੋਨਾ ਵਾਇਰਸ ਦੇ ਮੱਦੇਨਜ਼ਰ ਜਿਹੜੀ ਵੈਕਸੀਨ ਦਾ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ, ਉਹਦੇ ਵਿੱਚ ਟੀਚਰਸ ਨੂੰ ਵੀ ਪਹਿਲ ਦੇ ਆਧਾਰ 'ਤੇ ਰੱਖਿਆ ਗਿਆ, ਜਦ ਕਿ ਇੱਕ ਅਹਿਮ ਜਿਹੜਾ ਵਰਗ ਹੈ ਜਿਹੜਾ ਕਿ ਕਾਫੀ ਐਕਟਿਵ ਰਹਿੰਦਾ ਹੈ ਆਪਣੇ ਕੰਮ ਦੇ ਵਿੱਚ ਅਤੇ ਉਹਨੂੰ ਕਈ ਤਰ੍ਹਾਂ ਜਗ੍ਹਾ 'ਤੇ ਜਾਣਾ ਪੈਂਦਾ ਹੈ, ਉਹ ਹੈ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਡਰਾਈਵਰਸ ਜਾਂ ਹੋਰ ਦੂਜੇ ਵਰਕਰ ਜਿਹੜੇ ਕਿ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਹਨ। ਕਿਉਂ ਅੱਛੀ ਗੱਲ ਹੈ ਕਿ ਟੀਚਰਸ ਨੂੰ ਇਹਨਾਂ ਨੇ ਪ੍ਰਾਇਓਰਿਟੀ ਦੇ ਬੇਸ ਦੇ ਉੱਤੇ ਰੱਖਿਆ ਹੈ ਤਾਂ ਕਿ ਸਾਡੇ ਜੇ ਬੱਚੇ ਨੇ ਉਹਨਾਂ ਨੂੰ ਸੇਫ ਰੱਖਿਆ ਜਾ ਸਕੇ ਔਰ ਉਹ ਆਪਣੀ ਸਟੱਡੀ ਵੀ ਕੰਟੀਨਿਊ ਕਰ ਰੱਖ ਸਕਣ। ਪਰ ਜਦੋਂ ਉਹ ਬੱਚੇ ਸਕੂਲ ਤੋਂ ਘਰ 'ਚ ਆਉਂਦੇ ਨੇ, ਉਹੀ ਉਸੇ ਘਰ ਦੇ ਵਿੱਚ ਉਹ ਜਿਸ ਦੇ ਨਾਲ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਨੇ, ਉਹ ਮਾਂ ਜਾਂ ਬਾਪ ਉਹਨਾਂ 'ਚ ਕੋਈ ਵੀ ਹੋ ਸਕਦਾ ਹੈ ਜਿਹੜਾ ਕਿ ਕੰਮ ਕਰਨ ਦੇ ਲਈ ਬਾਹਰ ਜਾਂਦਾ ਹੈ। ਅਤੇ ਇਸ ਚੀਜ਼ ਦੇ ਹਾਲਾਂਕਿ ਹਰੇਕ ਕੋਈ ਇਸ ਚੀਜ਼ ਨੂੰ ਅੰਡਰਸਟੈਂਡ ਕਰਦਾ ਹੈ ਕਿ ਇਹ ਜਿਹੜੀ ਮਹਾਂਮਾਰੀ ਹੈ ਇਹ ਕਾਫੀ ਭਿਆਨਕ ਹੈ, ਇਸ ਤੋਂ ਬਚਣਾ ਚਾਹੀਦਾ ਅਤੇ ਉਹ ਆਪਣੇ ਆਪ ਦੇ ਵਿੱਚ ਉਹ ਪ੍ਰੀਕਾਸ਼ਨਸ ਵੀ ਲੈਂਦਾ ਹੈ। ਪਰ ਫਿਰ ਵੀ ਕਿਉਂਕਿ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਹੋਣ ਕਰਕੇ ਉਹਨੂੰ ਹਰੇਕ ਜਗ੍ਹਾ 'ਤੇ ਜਾਣਾ ਪੈਂਦਾ ਹੈ, ਡਿਫਰੈਂਟ ਤਰ੍ਹਾਂ ਦੇ ਲੋਕਾਂ ਦੇ ਨਾਲ ਡੀਲਿੰਗ ਕਰਨੀ ਪੈਂਦੀ ਹੈ, ਡਿਫਰੈਂਟ ਤਰ੍ਹਾਂ ਦੇ ਕਾਰਗੋ ਨੂੰ ਉਹਨੂੰ ਹੈਂਡਲ ਕਰਨਾ ਪੈਂਦਾ ਹੈ। ਕਈ ਵਾਰੀ ਤੁਹਾਨੂੰ ਕਈ ਤਰ੍ਹਾਂ ਦੀਆਂ ਡਿਲੀਵਰੀਜ਼ ਦੇਣੀਆਂ ਪੈਂਦੀਆਂ ਹਨ, ਜਾਣੀ ਕਿ ਇਹ ਕੋਈ LTL ਹੁੰਦਾ ਹੈ ਜਾਂ ਕੋਈ ਫੁੱਲ ਲੋਡ ਦੇ ਹੁੰਦੇ ਹਨ। USA ਨੂੰ ਵੀ ਜਾਂਦੇ ਹਨ ਜਿੱਥੇ ਕਿ ਉਹਨੂੰ ਬਹੁਤ ਜਿਹੜੇ ਲੋਕਾਂ ਨਾਲ ਡੀਲ ਕਰਨਾ ਪੈਂਦਾ ਹੈ, ਰਾਹ ਦੇ ਵਿੱਚ ਡੀਲ ਕਰਨਾ ਪੈਂਦਾ ਹੈ। ਕਿਸੇ ਗੈਸ ਸਟੇਸ਼ਨ 'ਤੇ ਰੁਕਦੇ ਨੇ, ਉੱਥੇ ਉਹਨਾਂ ਨੂੰ ਚਾਹ ਵਗੈਰਾ, ਕੌਫੀ ਵਗੈਰਾ ਜਾਂ ਕੋਈ ਖਾਣ ਪੀਣ ਦੇ ਸਮਾਨ ਲੈ ਜਾਣ ਲਈ ਅੰਦਰ ਜਾਣਾ ਪੈਂਦਾ ਹੈ ਅਤੇ ਉਹਦੇ ਵਿੱਚ ਉਹਦੀ ਡੀਲਿੰਗ ਹੁੰਦੀ ਹੈ ਔਰ ਫੇਸ ਟੂ ਫੇਸ ਡੀਲਿੰਗ ਹੁੰਦੀ ਹੈ। ਇਸ ਕਰਕੇ ਚਾਂਸਿਸ ਤਾਂ ਬਹੁਤ ਨੇ ਕਿ ਉਹਨਾਂ ਦੇ ਇਹ ਚੀਜ਼ ਬਿਮਾਰੀ ਦੇ ਵਿੱਚ ਪਕੜ 'ਚ ਆਉਣ ਦੇ। ਇਸ ਕਰਕੇ ਮੇਰਾ ਇਹ ਵਿਚਾਰ ਹੈ ਕਿ ਆਪਣੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਜਿੰਨੇ ਵੀ ਬੰਦੇ ਹਨ, ਖਾਸ ਕਰਕੇ ਡਰਾਈਵਰਸ, ਇਹਨਾਂ ਦੇ ਵੀ ਵੈਕਸੀਨੇਸ਼ਨ ਜਿਹੜੀ ਹੈ ਪ੍ਰਾਇਓਰਿਟੀ ਦੇ ਹਿਸਾਬ 'ਤੇ ਲੱਗਣੀ ਚਾਹੀਦੀ ਹੈ ਤਾਂ ਕਿ ਜਦੋਂ ਆਪਣੇ ਘਰਾਂ ਦੇ ਵਿੱਚ ਆਉਣ ਤਾਂ ਆਪਣੇ ਘਰ ਦੇ ਵਿੱਚ ਵੀ ਉਹ ਇੱਕ ਮਾਹੌਲ ਜਿਹੜਾ ਹੈ ਸੇਫ ਅਤੇ ਸਾਊਂਡ ਆਪਣੇ ਬੱਚਿਆਂ ਲਈ ਦੇ ਸਕਣ। ਬਾਕੀ ਸਾਡੀ ਇਹ ਗੁਜ਼ਾਰਿਸ਼ ਹੈ ਕੈਨੇਡੀਅਨ ਗੌਰਮੈਂਟ ਨੂੰ ਕਿ ਇਸ ਚੀਜ਼ ਨੂੰ ਕੰਸੀਡਰ ਕੀਤਾ ਜਾਵੇ ਅਤੇ ਇਸ ਚੀਜ਼ ਨੂੰ ਪਹਿਲ ਦੇ ਆਧਾਰ 'ਤੇ ਵੀ ਰੱਖਿਆ ਜਾਵੇ। ਅਸੀਂ ਦਿਨ ਵਿੱਚ ਕਈ ਵਾਰੀ ਕਈ ਕਸਟਮਰ ਕੋਲ ਜਾਂਦੇ ਹਾਂ ਔਰ ਸਾਡਾ ਸਭ ਤੋਂ ਵੱਧ ਐਕਸਪੋਜ਼ਰ ਹੁੰਦਾ ਡਿਫਰੈਂਟ ਲੋਕਾਂ ਦੇ ਨਾਲ, ਪਬਲਿਕ ਦੇ ਨਾਲ। ਇਸ ਕਰਕੇ ਪਬਲਿਕ ਡੀਲਿੰਗ ਹੋਣ ਦੇ ਕਾਰਨ ਜ਼ਿਆਦਾ ਰਿਸਕ ਦੇ ਡਰਾਈਵਰ ਹੁੰਦੇ ਨੇ। ਕੁਝ ਡਰਾਈਵਰ ਇਹ ਹੋ ਸਕਦਾ ਕਮਿਊਨਿਟੀ ਕਾਰਨ ਉਹਨਾਂ ਨੂੰ ਨਾ ਇਫੈਕਟ ਹੁੰਦਾ ਹੈ, ਬਟ ਉਹ ਕਾਰਜਵਾਹਕ ਅੱਗੇ ਕੈਰੀਅਰ ਜ਼ਰੂਰ ਕਰਦੇ ਨੇ ਵਾਇਰਸ ਨੂੰ। ਇਸ ਲਈ ਜ਼ਰੂਰੀ ਆ ਕਿ ਬਿਨਾਂ ਕਿਸੇ ਉਮਰ ਦੇ ਸਭ ਤੋਂ ਵੱਧ ਹਾਟ ਸਪਾਟ ਏਰੀਆ ਮਿਸੀਸਾਗਾ, ਬਰੈਂਪਟਨ ਅਤੇ GTA ਵਿੱਚ ਸਾਰਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਵੈਕਸੀਨੇਸ਼ਨ ਕੀਤੀ ਜਾਵੇ।
ਹਾਂਜੀ ਪਤਾ ਲੱਗਿਆ ਸੀਗਾ ਜੀ ਵੀ ਜਿੱਦਾਂ ਆਪਣਾ ਕੈਨੇਡੀਅਨ ਗਵਰਨਮੈਂਟ ਵੈਕਸੀਨ ਰੋਲ ਆਊਟ ਕਰ ਰਹੀ ਹੈ ਅਤੇ ਉਹ ਏਜ ਵਾਈਜ਼ ਹੈ, ਬਟ ਜਿਵੇਂ ਅਸੀਂ ਵੀ ਹੁਣ ਬੀਇੰਗ ਏ ਟਰੱਕਰ ਅਸੀਂ ਸ਼ਿਪ ਰਿਸੀਵਰਾਂ 'ਤੇ ਜਾਂਦੇ ਹਾਂ, ਡਿਫਰੈਂਟ ਪੀਪਲਸ ਨੂੰ ਮਿਲਦੇ ਹਾਂ, ਸਾਡੀ ਇੰਟਰੈਕਸ਼ਨ ਹੁੰਦੀ ਹੈ ਖਾਸ ਕਰਕੇ ਸ਼ਿਪਿੰਗ ਰਿਸੀਵਿੰਗ ਡਿਪਾਰਟਮੈਂਟ ਦੇ ਵਿੱਚ। ਅਤੇ ਉਹ ਤੋਂ ਬਾਅਦ ਅਸੀਂ ਆਪਣੀ ਫੈਮਲੀਜ਼ ਦੇ ਵਿੱਚ ਵੀ ਆਉਣਾ ਹੁੰਦਾ। ਸੋ ਵੀ ਵਾਂਟ ਕੈਨੇਡੀਅਨ ਗਵਰਨਮੈਂਟ ਟੂ ਕੰਸੀਡਰ ਅਸ, ਅਤੇ ਸਾਨੂੰ ਵੀ ਬੀਇੰਗ ਏ ਅਸੈਂਸ਼ੀਅਲ ਵਰਕਰ ਸਾਨੂੰ ਵੀ ਵੈਕਸੀਨ ਦੇ ਵਿੱਚ ਰੈਦਰ ਦੈਨ ਕਿ ਤੁਸੀਂ ਉਹਨੂੰ ਏਜ ਬੇਸਿਸ 'ਤੇ ਲਾਓ, ਅਤੇ ਤੁਹਾਨੂੰ ਅਸੈਂਸ਼ੀਅਲ ਵਰਕਰ ਨੂੰ ਵੀ ਕੰਸੀਡਰ ਕਰਨਾ ਚਾਹੀਦਾ। ਅਸੀਂ ਰਿਕੁਐਸਟ ਕਰਦੇ ਹਾਂ ਕੈਨੇਡੀਅਨ ਗਵਰਨਮੈਂਟ ਨੂੰ ਵੀ ਸਾਨੂੰ ਕੰਸੀਡਰ ਕਰੇ। ਥੈਂਕ ਯੂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ, ਮੈਂ ਬਰੈਂਪਟਨ ਕੈਨੇਡਾ ਦਾ ਵਾਸੀ ਹਾਂ ਜੀ। ਜਿਵੇਂ ਆਪਾਂ ਨੂੰ ਪਤਾ ਹੈ ਵੀ ਜਿਹੜੀ ਕਰੋਨਾ ਲਈ ਜਿਹੜੀ ਹੈਗੀ ਆ ਵੈਕਸੀਨ ਲੱਗ ਰਹੀ ਹੈ ਕੈਨੇਡਾ ਦੇ ਵਿੱਚ, ਅਤੇ ਬੇਨਤੀ ਇਹ ਹੈ ਕੈਨੇਡੀਅਨ ਗਵਰਨਮੈਂਟ ਨੂੰ, ਕਿਉਂਕਿ ਜੋ ਹੁਣ ਵੈਕਸੀਨ ਲੱਗ ਰਹੀ ਹੈਗੀ ਆ ਉਹ ਹੈਗੀ ਆ ਜੀ ਆਪਣੇ ਏਜ ਦੇ ਹਿਸਾਬ ਨਾਲ, ਜਾਣੀ ਕਿ ਹੁਣ ਬਜ਼ੁਰਗਾਂ ਨੂੰ ਲੱਗ ਰਹੀ ਹੈ ਵੈਕਸੀਨ, ਅਤੇ ਜਾਂ ਫਿਰ ਜਿਹੜੇ ਅਸੈਂਸ਼ੀਅਲ ਵਰਕਰ ਸੀਗੇ ਉਹਨਾਂ ਨੂੰ ਲੱਗੀ ਆ ਪਹਿਲਾਂ ਆਲਰੇਡੀ। ਅਤੇ ਬੇਨਤੀ ਇਹ ਹੈ ਕਿ ਵੀ ਜਿਵੇਂ ਟਰੱਕਰਸ ਵੀ ਜਿਹੜੇ ਹੈਗੇ ਆ ਅਸੈਂਸ਼ੀਅਲ ਵਰਕਰ ਨੇ, ਅਤੇ ਆਪਣੇ ਟਰੱਕਰਸ ਦਾ ਜਿਹੜਾ ਕੰਮ ਵੀ ਇੱਦਾਂ ਦਾ ਹੈ ਵੀ ਜਿਹੜਾ ਉਹਨਾਂ ਨੇ ਜ਼ਿਆਦਾਤਰ ਸ਼ਿਪਰਸ ਰਿਸੀਵਰਸ ਨਾਲ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਆ, ਉਹਨਾਂ ਨੂੰ ਮਿਲਦੇ ਨੇ, ਕਾਫੀ ਬੰਦਿਆਂ ਨੂੰ ਮਿਲਣਾ ਹੁੰਦਾ ਹੈ। ਅਤੇ ਬੇਨਤੀ ਇਹ ਸੀ ਵੀ ਜੇ ਟਰੱਕਰਸ ਨੂੰ ਵੀ ਜਿਹੜੀ ਸਰਕਾਰ ਹੈਗੀ ਹੈ ਅਸੈਂਸ਼ੀਅਲ ਵਰਕਰਸ ਦੇ ਵਿੱਚ ਜਿਵੇਂ ਕੰਸੀਡਰ ਕਰਕੇ ਵੀ ਉਹਨਾਂ ਦੇ ਵੀ ਜਿਹੜੀ ਹੈਗੀ ਆ ਵੈਕਸੀਨ ਪਹਿਲ ਦੇ ਆਧਾਰ 'ਤੇ ਲਾਵੇ, ਨਾ ਕਿ ਵੀ ਇਹ ਜਿਵੇਂ ਪਹਿਲਾਂ ਹੁਣ ਬਜ਼ੁਰਗਾਂ ਦੀ ਲੱਗ ਰਹੀ ਹੈ ਸਿਰਫ, ਅਤੇ ਟਰੱਕਰਸ ਇਹਦੇ ਵਿੱਚ ਹੈ ਨਹੀਂ। ਅਤੇ ਉਹ ਬੇਨਤੀ ਇਹੀ ਆ ਵੀ ਜਿਹੜੀ ਹੈਗੀ ਆ ਵੈਕਸੀਨ ਜਿਹੜੀ ਹੈਗਾ ਟਰੱਕਰਸ ਨੂੰ ਵੀ ਲਾਈ ਜਾਵੇ। ਧੰਨਵਾਦ। ਟਰੱਕਿੰਗ ਕੰਪਨੀ ਦੇ ਓਨਰਸ ਵੀ ਇਸੇ ਗੱਲ ਨੂੰ ਲੈ ਕੇ ਚਿੰਤਤ ਨੇ। ਕੀ ਕਹਿਣਾ ਹੈ ਟਰਾਂਸਮਰਜ ਦੇ ਓਨਰ ਹਰਮਿੰਦਰ ਸਿੰਘ ਦਾ, ਆਓ ਜਾਣਦੇ ਹਾਂ। ਕੈਨੇਡਾ ਮੂਵਸ ਔਨ ਟਰੱਕਿੰਗ। ਇਸੇ ਲਈ ਪੈਂਡੈਮਿਕ ਦੀ ਸ਼ੁਰੂਆਤ ਤੋਂ ਹੀ ਟਰੱਕ ਡਰਾਈਵਰਸ ਕੈਨੇਡਾ ਦੀ ਇਕਨੋਮੀ ਨੂੰ ਜਾਰੀ ਰੱਖਣ ਲਈ ਲਗਾਤਾਰ ਕੰਮ ਕਰਦੇ ਰਹੇ। ਪੈਂਡੈਮਿਕ ਵਿੱਚ ਵੀ ਸਟੋਰਸ ਵਿੱਚ ਸਪਲਾਈ ਦੀ ਘਾਟ ਨਾ ਹੋਵੇ, ਇਸੇ ਲਈ ਅਸੈਂਸ਼ੀਅਲ ਵਰਕਰ ਦੇ ਤੌਰ ਤੇ ਇਹ ਡਰਾਈਵਰ ਲਗਾਤਾਰ ਕੰਮ ਕਰਦੇ ਰਹੇ। ਸਮੇਂ-ਸਮੇਂ ਤੇ ਲੋਕ ਇਹਨਾਂ ਦਾ ਧੰਨਵਾਦ ਕਰਦੇ ਰਹੇ, ਪਰ ਜਦੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਤਾਂ ਇਹ ਡਰਾਈਵਰਸ ਸਰਕਾਰ ਦੇ ਰਡਾਰ ਤੋਂ ਬਾਹਰ ਕਿਉਂ ਹੋ ਗਏ? ਕਿਉਂ ਇਹਨਾਂ ਨੂੰ ਵੈਕਸੀਨੇਸ਼ਨ ਲਈ ਅਸੈਂਸ਼ੀਅਲ ਵਰਕਰ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ? ਜਦੋਂ ਟਰੱਕ ਡਰਾਈਵਰਸ ਨੂੰ ਵੈਕਸੀਨੇਟ ਕਰਨ ਦੀ ਗੱਲ ਚੱਲੀ ਤਾਂ ਕਈਆਂ ਦਾ ਇਹ ਵੀ ਕਹਿਣਾ ਸੀ ਕਿ ਟਰੱਕ ਡਰਾਈਵਰ ਕਿਸੇ ਦੇ ਕੰਟੈਕਟ ਵਿੱਚ ਨਹੀਂ ਆਉਂਦੇ ਨੇ, ਪਰ ਟਰੱਕ ਡਰਾਈਵਰਸ ਜਦੋਂ ਹਫ਼ਤਾ ਭਰ ਲੌਂਗ ਰੂਟਸ ਤੇ ਜਾਂਦੇ ਨੇ ਤਾਂ ਕਿਵੇਂ ਹੋ ਸਕਦਾ ਹੈ ਕਿ ਉਹ ਕਿਸੇ ਦੇ ਕੰਟੈਕਟ ਵਿੱਚ ਨਾ ਆਉਣ? ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਵੀ ਇਹੀ ਮੰਨਦੇ ਨੇ ਕਿ ਟਰੱਕ ਡਰਾਈਵਰਸ ਨੂੰ ਪ੍ਰਾਇਓਰਿਟੀ ਤੇ ਵੈਕਸੀਨੇਟ ਕੀਤਾ ਜਾਣਾ ਚਾਹੀਦਾ ਹੈ। ਟਰਾਂਸਮਰਜ ਦੇ ਓਨਰ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਦੀ ਫੈਸਿਲਿਟੀ ਵਿੱਚ ਲਗਾਤਾਰ ਕੋਵਿਡ-19 ਗਾਈਡਲਾਈਨਸ ਦੀ ਪਾਲਣਾ ਕੀਤੀ ਜਾ ਰਹੀ ਹੈ, ਪਰ ਸਰਕਾਰ ਤੋਂ ਅਪੀਲ ਹੈ ਕਿ ਟਰੱਕ ਡਰਾਈਵਰਸ ਨੂੰ ਪ੍ਰਾਇਓਰਿਟੀ ਦਿੱਤੀ ਜਾਏ। We have mandatory policy in the company that we all our staff wear masks, sanitize themselves, and we take measures even step ahead. When the driver comes, example, back from a trip, we try to sanitize the truck if just in case it has been to the repair shop, or if anybody else got into the truck, we do sanitize them before it goes out. So at the office we do take temperatures, we monitor day by day. If somebody have temperature or we see the signs of any kind of fever or anything, we release them immediately and have them check the COVID test, or do the COVID test. ਕਈ ਟਰੱਕ ਡਰਾਈਵਰਸ ਲਗਾਤਾਰ ਕੈਨੇਡਾ ਤੋਂ ਯੂਐਸ ਜਾਂਦੇ ਨੇ, ਤੇ ਜਦੋਂ ਯੂਐਸ ਵਿੱਚ ਤੇਜ਼ੀ ਨਾਲ ਵੈਕਸੀਨੇਸ਼ਨ ਹੋ ਰਹੀ ਹੈ ਤੇ ਕਈ ਸਿਟੀਜ਼ ਵਿੱਚ ਵੈਕਸੀਨੇਸ਼ਨ ਤੋਂ ਬਾਅਦ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਵੀ ਨਹੀਂ ਹੈ, ਉੱਥੇ ਜਾਣ ਵੇਲੇ ਕੈਨੇਡਾ ਦੇ ਟਰੱਕ ਡਰਾਈਵਰਸ ਜ਼ਿਆਦਾ ਰਿਸਕ ਵਿੱਚ ਨੇ। ਬਿਕਾਜ਼ US 'ਚ ਇੰਨੀ ਰਿਸਟ੍ਰਿਕਸ਼ਨ ਨਹੀਂ ਸੀ ਪਹਿਲਾਂ ਵੀ ਤੇ ਹੁਣ ਵੀ। ਆਈ ਫੀਲ ਦੈਟ ਆਰ ਡਰਾਈਵਰਸ ਆਰ ਨਾਟ ਸੇਫ ਵੈਨ ਦੇ ਕਮ ਬੈਕ ਫਰੋਮ US, even though they cross multiple times in a week, sometimes the border crossing to the US. I do worried that, and I should say, if anyone's listening from the government side, drivers should be vaccinated first.
ਲੋੜ ਹੈ ਬਾਕੀ ਅਸੈਂਸ਼ੀਅਲ ਵਰਕਰਸ ਦੀ ਤਰ੍ਹਾਂ ਟਰੱਕ ਡਰਾਈਵਰਸ ਨੂੰ ਵੀ ਪ੍ਰਾਇੋਰਿਟੀ ਦਿੱਤੀ ਜਾਏ ਤਾਂ ਜੋ ਹੌਟਸਪੌਟ ਤੋਂ ਬਾਹਰ ਹੁੰਦੇ ਹੋਏ ਵੀ ਤੇ ਏਜ ਐਲੀਜੀਬਿਲਿਟੀ ਕ੍ਰਾਈਟੇਰੀਆ ਤੋਂ ਹਟ ਕੇ ਇਹਨਾਂ ਨੂੰ ਵੈਕਸੀਨੇਟ ਕੀਤਾ ਜਾ ਸਕੇ। ਮੈਂ ਇਹੀ ਅਪੀਲ ਕਰਦਾ ਗਵਰਨਮੈਂਟ ਨੂੰ ਵੀ ਡਰਾਈਵਰਾਂ ਨੂੰ ਬਾਕੀ ਸਾਰਿਆਂ ਨਾਲੋਂ ਪਹਿਲਾਂ ਵੈਕਸੀਨੇਸ਼ਨ ਦੇਣੀ ਚਾਹੀਦੀ ਆ, ਕਿਉਂਕਿ ਆਪਣੇ ਜਿੰਨੀ ਵੀ ਆਪਣਾ ਫੂਡ ਆ ਜਾਂ ਰੋਜ਼ਾਨਾ ਦੀਆਂ ਚੀਜ਼ਾਂ ਆਪਣੇ ਵਰਤੋਂ 'ਚ ਆਉਂਦੀਆਂ ਨੇ ਡਰਾਈਵਰ ਹੀ ਡਿਲੀਵਰ ਕਰਦੇ ਨੇ। ਅਤੇ ਮੈਂ ਰਿਕੁਐਸਟ ਕਰਦਾ ਅਗੇਨ ਦੇ ਸ਼ੁੱਡ ਬੀ ਵੈਕਸੀਨੇਟਡ ਐਜ਼ ਸੂਨ ਐਜ਼ ਪੋਸੀਬਲ। ਮੌਜੂਦਾ ਹਾਲਾਤਾਂ ਵਿੱਚ ਕਈ ਟਰੱਕਿੰਗ ਕੰਪਨੀਆਂ ਵੱਲੋਂ ਟਰੱਕ ਡਰਾਈਵਰਸ ਨੂੰ ਕੋਵਿਡ-19 ਟੈਸਟਿੰਗ ਲਈ ਟਾਈਮ ਆਫ ਦਿੱਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਜਦੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਏਗੀ ਉਦੋਂ ਵੀ ਟਰੱਕਿੰਗ ਕੰਪਨੀਆਂ ਵੱਲੋਂ ਟਰੱਕ ਡਰਾਈਵਰਸ ਨੂੰ ਟਾਈਮ ਆਫ ਦਿੱਤਾ ਜਾਏਗਾ ਤਾਂ ਜੋ ਜਲਦ ਤੋਂ ਜਲਦ ਵੈਕਸੀਨੇਸ਼ਨ ਦੇ ਸ਼ਾਟ ਲਗਵਾ ਸਕਣ। Yes, we do give time off if they need to get the vaccination done or COVID testing. Definitely, yes. We have a internal policy from day one when the COVID started and the government was involved in it. We do give them time if they need time off or to go to the hospital or anywhere to get tested, yes. ਜ਼ਿਕਰਯੋਗ ਹੈ ਕਿ ਨਿਊ ਬ੍ਰੰਸਵਿਕ ਵਿੱਚ ਟਰੱਕ ਡਰਾਈਵਰਸ ਨੂੰ ਵੈਕਸੀਨੇਟ ਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਤੇ ਨਿਊ ਬ੍ਰੰਸਵਿਕ ਦੇ ਪ੍ਰੀਮੀਅਰ ਵੱਲੋਂ ਟਰੱਕ ਡਰਾਈਵਰਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਵੈਕਸੀਨੇਸ਼ਨ ਲਗਵਾਈ ਜਾਏ। ਤੇ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਰਹੇਗੀ ਜਾਰੀ। ਤੁਸੀਂ ਬਣੇ ਰਹੋ ਸਾਡੇ ਨਾਲ। ਜਦੋਂ ਓਨਟਾਰੀਓ ਤੇ ਵੈਂਕੂਵਰ ਵਿੱਚ ਕੋਵਿਡ-19 ਕੇਸਿਸ ਵਧਨੇ ਸ਼ੁਰੂ ਹੋਏ ਤਾਂ ਕਈ ਰੀਜਨਸ ਨੂੰ ਹੌਟਸਪੌਟ ਐਲਾਨ ਦਿੱਤਾ ਗਿਆ। ਕਾਰਨ ਇਹ ਵੀ ਸੀ ਕਿ ਜ਼ਿਆਦਾਤਰ ਇਹਨਾਂ ਰੀਜਨਸ ਵਿੱਚ ਅਸੈਂਸ਼ੀਅਲ ਵਰਕਰ ਰਹਿੰਦੇ ਨੇ ਤੇ ਜ਼ਿਆਦਾਤਰ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਵੀ ਇਹਨਾਂ ਰੀਜਨਸ ਵਿੱਚ ਹੀ ਰਹਿੰਦੇ ਨੇ ਜੋ ਲਗਾਤਾਰ ਵੇਅਰਹਾਊਸਸ, ਫੈਕਟਰੀਜ਼ ਤੇ ਸਪਲਾਇਰਸ ਦੇ ਕੰਟੈਕਟ ਵਿੱਚ ਰਹਿੰਦੇ ਨੇ। ਪਰ ਜਦੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਤਾਂ ਇਹਨਾਂ ਨੂੰ ਪ੍ਰਾਇੋਰਟਾਈਜ਼ ਨਹੀਂ ਕੀਤਾ ਗਿਆ। ਇਸੇ ਸੰਬੰਧੀ ਅਸੀਂ ਖਾਸ ਤੌਰ ਤੇ ਗੱਲਬਾਤ ਕੀਤੀ ਓਨਟਾਰੀਓ ਦੇ ਲੇਬਰ ਮਿਨਿਸਟਰ ਮੌਂਟੀ ਮੈਕਨੌਟਨ ਅਤੇ ਟਰਾਂਸਪੋਰਟ ਮਿਨਿਸਟਰ ਕੈਰੋਲੀਨ ਮੁਲਰੋਨੀ ਦੇ ਨਾਲ। We support the truck driving industry. We'll continue to ensure that we fill the skills gap in the industry. When it comes to vaccinations, look, that's the answer to defeating COVID-19. We continue to await supplies from the federal government. But I can tell you, we can be very positive as a province. More than 3.2 million people in Ontario have been vaccinated as of today. And 2.8 million people are registered to get vaccinated in every community across the province in the days and weeks ahead. So we're making huge progress. We are moving mountains to ensure that essential workers get vaccinated. We're really focusing on those hotspots, Toronto and Peel. But furthermore, we're also ramping up rapid tests in workplaces. We've now deployed more than 5.5 million rapid tests to essential workplaces across the province, and we're going to continue to use every tool in the toolbox to ensure that we prevent the spread of COVID-19. I'll turn it over to Minister Mulroney for a few comments. Thank you, Monty. Well, that was a fulsome answer. So I don't have much more to add. I would say, as Monty noted, truck drivers have been our heroes through this pandemic. They never stopped working, especially in the early days. They continue to move goods throughout Ontario to make sure we had food on our tables and goods on our shelves in our stores across the province. And so our government has been working very closely with trucking stakeholders to make sure that we're doing everything we can to support truck drivers as they continue their essential work. So we've been working very hard to make sure that as soon as more vaccines become available, that truck drivers are able to get vaccinated. They are in the phase 2. We've had to refocus our vaccination efforts in the last couple of weeks on the hotspots, as Monty mentioned.
and it's critical that we get people in those hotspots vaccinated. So for truck drivers who do live in those hotspot areas, they are eligible and should definitely reach out and make sure that they get their vaccine appointments booked and that they get those vaccines in their arms. But for truck drivers in other parts of the province, we are looking to escalate them as soon as we can. We're just waiting on more supply from the federal government, but we're confident that it will come soon. And as soon as it does, truck drivers across the province will get vaccinated. ਵੱਖ-ਵੱਖ ਸੂਬਿਆਂ ਵੱਲੋਂ ਸੀਨੀਅਰਸ ਨੂੰ ਪਹਿਲਾਂ ਵੈਕਸੀਨੇਟ ਕੀਤਾ ਜਾ ਰਿਹਾ ਹੈ, ਜੋ ਕਿ ਜ਼ਰੂਰੀ ਵੀ ਹੈ ਕਿਉਂਕਿ ਲੌਂਗ ਟਰਮ ਕੇਅਰ ਹੋਮਸ ਵਿੱਚ ਕਿਸ ਤਰ੍ਹਾਂ ਆਊਟਬ੍ਰੇਕ ਹੋਏ ਨੇ ਇਹ ਖਬਰਾਂ ਸਭ ਨੇ ਦੇਖੀਆਂ ਨੇ। ਪਰ ਨਾਲ ਹੀ ਜਦੋਂ ਐਸੈਂਸ਼ੀਅਲ ਵਰਕਰਸ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਤਾਂ ਉਸ ਦੇ ਵਿੱਚ ਟਰੱਕ ਡਰਾਈਵਰਸ ਨੂੰ ਫਿਲਹਾਲ ਪ੍ਰਾਇਓਰਟਾਈਜ਼ ਨਹੀਂ ਕੀਤਾ ਗਿਆ ਹੈ। ਹਾਲਾਂਕਿ ਓਨਟਾਰੀਓ ਵੱਲੋਂ ਫੇਜ਼ 2 ਵਿੱਚ ਟਰੱਕ ਡਰਾਈਵਰਸ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਫੇਜ਼ 2 ਹਜੇ ਜੂਨ ਤੱਕ ਚੱਲੇਗਾ। ਕੀ ਕਹਿਣਾ ਹੈ ਇਸ ਬਾਰੇ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ, ਇਸੇ ਸੰਬੰਧੀ ਅਸੀਂ ਸਵਾਲ ਕੀਤਾ MPP ਅਮਰਜੋਤ ਸੰਧੂ ਨੂੰ। ਜੀ ਵੈਕਸੀਨ ਰੋਲ ਆਊਟ ਤਾਂ ਜਿਵੇਂ ਤੁਸੀਂ ਦੱਸਿਆ ਕਿ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਖਾਸ ਤੌਰ ਤੇ ਕਿਉਂਕਿ ਤੁਸੀਂ ਟਰੱਕ ਡਰਾਈਵਰਸ ਦੀ ਹਮੇਸ਼ਾ ਪੈਰਵੀ ਕੀਤੀ ਹੈ, ਟਰੱਕ ਡਰਾਈਵਰਸ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਕੈਨੇਡਾ US ਟਰੈਵਲ ਕਰਦੇ ਨੇ। US ਵਿੱਚ ਹੁਣ ਜ਼ਿਆਦਾਤਰ ਲੋਕ ਵੈਕਸੀਨੇਟ ਹੋ ਚੁੱਕੇ ਨੇ, ਤਾਂ ਟੈਕਸਸ ਵਰਗੇ ਰੀਜਨ ਦੀ ਗੱਲ ਕਰੀਏ ਤਾਂ ਉੱਥੇ ਹੁਣ ਮਾਸਕ ਮੈਂਡੇਟਰੀ ਨਹੀਂ ਹੈਗਾ, ਪਰ ਜਿਹੜੇ ਕੈਨੇਡਾ ਟਰੱਕ ਡਰਾਈਵਰਸ ਉੱਥੇ ਜਾ ਰਹੇ ਨੇ ਉਹ ਉਨੇ ਹੀ ਰਿਸਕ ਵਿੱਚ ਹੈਗੇ ਨੇ ਕਿਉਂਕਿ ਟਰੱਕ ਡਰਾਈਵਰਸ ਨੂੰ ਹਲੇ ਉਸ ਐਲੀਜੀਬਿਲਿਟੀ ਕ੍ਰਾਈਟੇਰੀਆ ਵਿੱਚ ਨਹੀਂ ਪਾਇਆ ਗਿਆ ਜੋ ਵੈਕਸੀਨੇਸ਼ਨ ਲੈ ਸਕਦੇ ਨੇ। ਤਾਂ ਕੀ ਸਰਕਾਰ ਉਹਨਾਂ ਬਾਰੇ ਸੋਚ ਰਹੀ ਹੈ, ਕਿਉਂਕਿ ਉਹਨਾਂ ਨੂੰ ਹੀ ਅਸੀਂ ਦੇਖ ਰਹੇ ਹਾਂ ਜੋ ਲਗਾਤਾਰ ਐਸੈਂਸ਼ੀਅਲ ਸਪਲਾਈਜ਼ ਦੀ ਕਿ ਉਹਦੇ ਵਿੱਚ ਕਮੀ ਨਾ ਆਏ ਤੇ ਲਗਾਤਾਰ ਕ੍ਰਾਸ ਬਾਰਡਰ ਟਰੈਵਲ ਵੀ ਕਰਦੇ ਰਹੇ ਨੇ। ਹਾਂਜੀ ਦੇਖੋ ਜੀ, ਬਹੁਤ ਵਧੀਆ ਕੁਐਸਚਨ ਤੁਹਾਡਾ ਹੈਗਾ ਵਾ। ਪਹਿਲਾਂ ਤੇ ਦੇਖੋ ਜਦੋਂ ਗਵਰਨਮੈਂਟ ਨੇ ਇਹ ਪੈਂਡੇਮਿਕ, ਇੱਕ ਨਵਾਂ ਪੈਂਡੇਮਿਕ ਹੈਗਾ ਵਾ, ਪਹਿਲਾਂ ਆਪਾਂ ਨੂੰ ਲੱਗਦਾ ਸੀ ਕਿ ਜਿਹੜੇ ਐਲਡਰਲੀ ਹੈਗੇ ਲੋਕੀ ਉਹਨਾਂ ਨੂੰ ਜ਼ਿਆਦਾ ਹਿੱਟ ਕਰਦਾ ਵਾ, ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਡੈਥ ਹੋ ਰਹੀਆਂ ਸੀ, ਲੋਕ ਜਿਹੜੇ 70 ਤੋਂ ਉੱਪਰ ਹੈਗੇ ਉਹਨਾਂ ਦੀਆਂ ਡੈਥਸ ਹੋ ਰਹੀਆਂ ਸੀ। ਬਟ ਨਾਲ ਦੀ ਨਾਲ ਆਪਾਂ ਹੁਣ ਦੇਖ ਰਹੇ ਹਾਂ ਜਿਹੜੇ ਆਊਟਬ੍ਰੇਕਸ ਹੋ ਰਹੇ ਆ, ਜਿਹੜੇ ਆਪਣੇ ਐਸੈਂਸ਼ੀਅਲ ਵਰਕਰਸ ਹੈਗੇ ਆ ਫੈਕਟਰੀਜ਼ ਦੇ ਵਿੱਚ, ਟਰੱਕ ਡਰਾਈਵਰਸ ਵੀਰ ਆਪਣੇ ਜਿਹੜੇ ਕੰਮ ਕਰ ਰਹੇ ਆ। ਸੋ ਗਵਰਨਮੈਂਟ ਜਿਹੜਾ ਆਪਣਾ ਪਲਾਨ ਕੁਛ ਅੱਗੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਚੇਂਜਿਸ ਹੋਣਗੀਆਂ ਕਿ ਜਿਹੜੇ ਆਪਣੇ ਐਸੈਂਸ਼ੀਅਲ ਵਰਕਰਸ ਹੈਗੇ ਆ, ਚਾਹੇ ਉਹ ਟਰੱਕ ਡਰਾਈਵਰਸ ਹੈਗੇ ਆ, ਚਾਹੇ ਤੁਸੀਂ ਫੈਕਟਰੀਜ਼ ਦੇ ਵਿੱਚ ਕੰਮ ਕਰਦੇ ਆ, ਜੇ ਤੁਸੀਂ ਘਰੋਂ ਕੰਮ ਨਹੀਂ ਕਰ ਸਕਦੇ ਤੁਹਾਨੂੰ ਕੰਮ ਤੇ ਪਤਾ ਕਿ ਜਾਣਾ ਹੀ ਪੈਣਾ ਵਾ। ਸੋ ਗਵਰਨਮੈਂਟ ਜਿਹੜਾ ਆਪਣਾ ਥੋੜਾ ਪਲਾਨ ਅੱਗੇ ਰੋਲ ਆਊਟ ਕਰੂਗੀ, ਚੇਂਜਿਸ ਕਰਨਗੀਆਂ ਕਿ ਜਿਹੜੇ ਆਪਣੇ ਐਸੈਂਸ਼ੀਅਲ ਵਰਕਰ ਹੈਗੇ ਆ, ਡਜ਼ਨਟ ਮੈਟਰ ਉਹਨਾਂ ਦੀ ਕਿੰਨੀ ਵੀ ਏਜ ਹੈਗੀ, ਉਹਨਾਂ ਨੂੰ ਪਹਿਲਾਂ ਵੈਕਸੀਨੇਟ ਕੀਤਾ ਜਾ ਸਕੇ ਕਿਉਂਕਿ ਬਹੁਤ ਇੰਪੋਰਟੈਂਟ ਹੈਗਾ ਵਾ ਆਊਟਬ੍ਰੇਕਸ ਨੂੰ ਰੋਕਣ ਦੇ ਲਈ, ਕਿਉਂਕਿ ਜਿਹੜੇ ਲੋਕ ਕੰਮ ਤੇ ਜਾਂਦੇ ਆ ਉੱਥੇ ਸਪਰੈਡ ਜ਼ਿਆਦਾ ਹੁੰਦਾ। ਆਪਾਂ ਪਿੱਛੇ ਦੇਖਿਆ ਐਮਾਜ਼ੋਨ ਦੇ ਵਿੱਚ ਵੀ ਕੇਸਿਸ ਕਾਫੀ ਆਏ ਆ। ਸੋ ਇਹ ਗਵਰਨਮੈਂਟ ਦਾ ਡੈਫੀਨਿਟਲੀ ਕੰਸੀਡਰ ਕਰ ਰਹੀ ਹੈ ਕਿ ਜਿਹੜੇ ਆਪਣੇ ਐਸੈਂਸ਼ੀਅਲ ਵਰਕਰਸ ਹੈਗੇ ਆ ਉਹਨਾਂ ਨੂੰ ਜਿਹੜੀ ਪ੍ਰਾਇੋਰਟੀ ਦਿੱਤੀ ਜਾਵੇ ਵੈਕਸੀਨੇਸ਼ਨ ਦੇ ਵਿੱਚ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਟਰੱਕ ਡਰਾਈਵਰਸ ਨੂੰ ਐਸੈਂਸ਼ੀਅਲ ਲਿਸਟ ਵਿੱਚ ਸ਼ਾਮਲ ਕੀਤਾ ਜਾਏ। ਸੋ ਐਸੀ ਸਾਡੀ ਖਾਸ ਪੇਸ਼ਕਸ਼, ਉਮੀਦ ਕਰਦੇ ਹਾਂ ਕਿ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।